ਸਾਡੇ ਨਾਲ ਭਾਈ ਰਾਹੁਲ ਜੀ ਮੌਜੂਦ ਨੇ ਜਿਹੜੇ ਕੋਟਕਪੂਰਾ ਤੋਂ ਭਾਈ ਹਰਨਨਪਾਲ ਸਿੰਘ ਕੁੱਕੂ ਜੀ ਦੇ ਪੁੱਤਰ ਨੇ ਜਿਹੜੇ ਕੋਟਕਪੂਰਾ ਹਲਕਾ ਕਾਂਗਰਸ ਪਾਰਟੀ ਵੱਲੋਂ ਸਾਂਭਦੇ ਨੇ ਤੇ ਇਹਨਾਂ ਨੇ ਵੀ ਕਾਲਾ ਜਿਹੜਾ ਆਪਦੇ ਸਟਿੱਕ ਲਾ ਕੇ ਇੱਥੇ ਪਹੁੰਚੇ ਨੇ ਤੇ ਰੋਸ ਪ੍ਰਦਰਸ਼ਨ ਜਿਹੜਾ ਕਰ ਰਹੇ ਨੇ ਸੈਂਟਰ ਦੀ ਸਰਕਾਰ ਦੇ ਵਿਰੁੱਧ ਤੇ ਸਹਿਯੋਗ ਦੇ ਰਹੇ ਨੇ ਕਿਸਾਨਾਂ ਨੂੰ। ਕੀ ਕਹਿਣਾ ਚਾਹੁੰਦੇ ਭਾਈ ਸਾਹਿਬ? ਬਾਈ ਜੀ ਜਿੱਡਾ ਵੱਡਾ ਧੱਕਾ ਪੰਜਾਬ ਨਾਲ ਹੋ ਰਿਹਾ ਹੈ ਆ ਹੋ ਨਹੀਂ ਸਕਦਾ। ਵੇਖੋ ਜੁਰਮ ਵੱਡੂ ਵੱਡਾ ਜੁਰਮ ਕੀ ਹੋਊਗਾ। ਸਾਡੇ ਬਜ਼ੁਰਗਾਂ ਨੇ ਬੇਸਿਕਲੀ ਤੁਸੀਂ ਪਿੱਛੇ ਜਾਈਏ ਤਾਂ ਰੇਤਲੇ ਇਲਾਕੇ ਸੀ, ਰੇਗਿਸਤਾਨ ਹੀ ਸੀ। ਜਦੋਂ ਸਮਾਂ ਲੱਗਦਾ ਸੀ ਥੋੜ੍ਹੀ ਬਹੁਤੀ ਫਸਲ ਇੱਕ ਹਿੱਸਾ ਹੁੰਦੀ ਸੀ, ਦੋ ਹਿੱਸੇ ਖਾਲੀ ਰਹਿੰਦੀ ਸੀ। ਸਾਡੇ ਬਜ਼ੁਰਗਾਂ ਨੇ ਸਾਡੇ ਇਲਾਕੇ ਨੇ ਸਾਡੇ ਪੰਜਾਬ ਨੇ ਇਹਨੂੰ ਆਬਾਦ ਕੀਤਾ। ਆਬਾਦ ਕਰਕੇ 1.5% ਆਬਾਦੀ ਨੇ ਸਾਰੇ ਮੁਲਕ ਦਾ ਢਿੱਡ ਭਰਿਆ। ਜਿੰਨਾ ਚਿਰ ਤੋਂ ਉਹਨਾਂ ਨੂੰ ਨਾਲ ਸਾਡੀ ਲੋੜ ਸੀ ਉਹ ਸਾਨੂੰ ਵਰਤਦੇ ਰਹੇ ਤੇ ਨੁਕਸਾਨ ਕੀ ਹੋਇਆ। ਅਸੀਂ ਆਪਦੀ ਸਿਹਤ ਵੀ ਗਵਾ ਲਈ, ਆਪਦੀ ਜਵਾਨੀ ਵੀ ਗਵਾ ਲਈ। ਕਾਰਨ ਕੀ ਸੀ? ਜਦੋਂ ਆਪਾਂ ਖੇਤੀ ਦੇ ਝਾੜ ਵਧਾਉਣ ਲੱਗ ਗਏ ਆਪਣੇ ਤੇ ਪ੍ਰੈਸ਼ਰ ਸੀਗਾ ਕਿ ਆ 1.5% ਆਬਾਦੀ ਸਾਰੇ ਹਿੰਦੁਸਤਾਨ ਦਾ ਢਿੱਡ ਭਰੇ। ਆਪਾਂ ਆਪਦੀਆਂ ਰੇਹਾਂ ਸਪਰੇਆਂ ਵੱਧ ਕਰਨ ਲੱਗੇ, ਕੈਂਸਰ ਆਪਾਂ ਪੈਦਾ ਕਰ ਲਿਆ, ਧਰਤੀ ਵਾਲਾ ਪਾਣੀ ਆਪਾਂ ਆਪਦਾ ਖਰਾਬ ਕਰ ਲਿਆ। ਸੋ ਪੰਜਾਬ ਦਾ ਨੁਕਸਾਨ ਕਿੱਥੇ ਹੋਇਆ? ਹਿੰਦੁਸਤਾਨ ਨੂੰ ਢਿੱਡ ਭਰਨ ਪਿੱਛੇ ਹੋਇਆ। ਅੱਜ ਜਦੋਂ ਦੂਜੇ ਸੂਬੇ ਸੈਲਫ ਸਫੀਸ਼ੀਐਂਟ ਹੋ ਗਏ, ਆਪਦੇ ਜੋਗਾ ਕੰਮ ਕਰਨ ਲੱਗੇ ਤਾਂ ਜਿਵੇਂ ਮੱਖਣ 'ਚ ਵਾਲ ਕੱਢ ਕੇ ਛੱਡ ਦਿਆਂਗੇ। ਲੱਗਦਾ ਨਹੀਂ ਇਹਦੇ ਤੇ ਸਿਆਸਤ ਹੋ ਰਹੀ ਹੈ, ਕੁਝ ਪਾਰਟੀਆਂ ਤੇ ਸਿਆਸਤ ਵੀ ਕਰ ਰਹੀਆਂ, ਇੱਕ ਪਾਸੇ ਇੱਧਰ ਧਰਨਾ ਦੂਸਰੇ ਪਾਸੇ ਅਕਾਲੀਆਂ ਦਾ ਧਰਨਾ। ਬਾਈ ਜੀ ਵੇਖੋ ਨਾ, ਮੈਂ ਇੱਕ ਤਾਂ ਵੱਡੀ ਗੱਲ ਹੈ ਸਿਆਸੀ ਨਹੀਂ, ਪਰ ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ ਤੇ ਨੌਲੇਜ ਵੀ ਰੱਖਦੇ ਹੋ। ਅੱਜ ਕੱਲ੍ਹ ਜਿਹੜੇ ਭਾਈਚਾਰਾ ਸਾਡਾ ਭੈਣ ਭਰਾ ਹੈ, ਪੰਜਾਬ ਦੇ ਵਸਨੀਕ ਹੈ, ਵੱਧ ਸਿਆਣੇ ਹੈ। ਤੁਸੀਂ ਇੱਕ ਚੀਜ਼ ਆਪ ਦੇਖੋ 2013 'ਚ ਇਹਨਾਂ ਨੇ ਕੀ ਕੀਤਾ ਤੇ ਅੱਜ ਤੋਂ 3 ਮਹੀਨਾ ਪਹਿਲਾਂ ਕੀ ਬਿਆਨ ਸੀ ਤੇ ਅੱਜ ਕੀ ਬਿਆਨ ਹੈ ਨਾ। ਰਾਜਨੀਤੀ ਦਾ ਵੇਖੋ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ, ਰਾਜਨੀਤੀ ਤਾਂ ਹੋਣੀ ਨਹੀਂ ਚਾਹੀਦੀ। ਕਾਂਗਰਸ ਪਾਰਟੀ ਸਿਆਸਤ ਤਾਂ ਨਹੀਂ ਕਰੇਗੀ ਵੀਰ, ਕਾਂਗਰਸ ਪਾਰਟੀ ਬਿਲਕੁਲ ਸਿਆਸਤ ਨਹੀਂ ਕਰੇਗੀ। ਵੇਖੋ ਜੋ ਕੁਛ ਮੈਂ ਸਿਆਸੀ ਗੱਲਾਂ ਕਰਨਾ ਨਹੀਂ ਚਾਹੁੰਦਾ, ਜੋ ਕੁਛ ਕੈਪਟਨ ਸਾਹਿਬ ਨੇ ਪਾਣੀ ਵਾਸਤੇ ਕੀਤਾ ਆਪਦੀ ਸਰਕਾਰ ਦੇ ਉਲਟ ਕੀਤਾ। ਉਦੋਂ ਹਰਿਆਣੇ ਦਾ ਇਲੈਕਸ਼ਨ ਸੀਗਾ, ਸੈਂਟਰ ਸਰਕਾਰ ਕਾਂਗਰਸ ਦੀ ਸੀ, ਉਹਨਾਂ ਨੇ ਪਰਵਾਹ ਕੀਤੀ ਆਪਦੀ ਕੁਰਸੀ ਦੀ? ਕੀਤੀ ਨਹੀਂ ਕੀਤੀ ਨਾ। ਮੈਂ ਵੇਖੋ ਕੱਲ੍ਹ ਮੇਰਾ ਨਾਲ ਹੀ ਪਿੰਡ ਹੈ ਕੰਦੂ ਖੇੜਾ, ਮੈਂ ਉੱਥੇ ਖੇਤੀ ਵੀ ਕਰਦਾ। ਉਹੀ ਧਰਤੀ ਹੈ, ਉਹੀ ਨਰਮੇ ਹੈ ਤੇ ਉਹੀ ਦਵਾਈਆਂ। ਤੇ ਪਿਛਲੇ ਵੇਖੋ ਜਿਹੜੇ ਪਿਛਲੇ 4 ਸਾਲ ਨਾਲ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸਾਡੀ ਫਸਲਾਂ ਕਿੱਥੇ ਹੁੰਦੀਆਂ ਸੀ। ਮੈਂ ਆਪ 40 ਕਿੱਲੇ ਨਰਮਾ ਉਹਦਾ ਵਾਹਿਆ ਸੀ ਹੈ ਨਾ, ਤੇ ਉਹੀ ਹੁਣ 6-7 ਸਪਰੇਆਂ ਕਰਦਾ ਸੀ ਤੇ ਹੁਣ 2-2 ਸਪਰੇਆਂ 3 ਸਪਰੇਆਂ ਹੋਈਆਂ ਸਾਰੀਆਂ ਨਰਮੇ। ਜਿਹੜੇ ਆਰਡੀਨੈਂਸ ਜਾਰੀ ਕੀਤੇ ਉਹਦੇ 2 ਮਿੰਟਾਂ ਦੇ ਵਿੱਚ ਕੀ ਨੁਕਸਾਨ ਹੋਣਗੇ ਜ਼ਰੂਰ ਦੱਸੋ ਬਾਈ ਜੀ। ਸਭ ਤੋਂ ਵੱਡਾ ਵੇਖੋ ਨੁਕਸਾਨ ਹੈ ਕਿ ਪੰਜਾਬੀ 'ਚ ਆਪਣੀ ਦਾੜੀ ਪ੍ਰਾਈਵੇਟ ਬੰਦੇ ਨੂੰ ਫੜਾਤੀ ਇਹਨਾਂ ਨੇ, ਆਪਦੀਆਂ ਮਨ ਮਰਜ਼ੀਆਂ ਕਰਨਗੇ। ਉਹਨਾਂ ਦੇ ਵਕੀਲ, ਉਹਨਾਂ ਦੀ ਰਾਜਨੀਤੀ 20 ਸਾਲ ਦੇ ਐਗਰੀਮੈਂਟ ਤੇ ਆਪਾਂ ਪੂਰੇ ਕਿਵੇਂ ਹੋਵਾਂਗੇ? ਠੀਕ ਹੈ ਨਾ। ਵੱਡੇ ਘਰਾਣੇ ਨਾਲ ਆਪਣੀ ਕੀ ਲੜਾਈ ਲੜਾਂਗੇ? ਉਹ ਤਾਂ ਕਹਿੰਦੇ ਫਾਇਦੇ ਹੀ ਬਹੁਤ ਨੇ ਬਾਈ ਜੀ। ਫਾਇਦਾ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਹੈ। ਈਸਟ ਇੰਡੀਆ ਕੰਪਨੀ ਹਿੰਦੁਸਤਾਨ 'ਚ ਆਈ ਸੀ, ਟ੍ਰੇਡ ਕਰਨ ਆਈ ਸੀ ਤੇ ਸਾਰੇ ਮੁਲਕ ਤੇ ਕਾਬਜ਼ ਹੋ ਗਈ। ਸੋ ਆਹੀ ਕੰਮ ਇਹਨਾਂ ਨੇ ਇੱਥੇ ਕਰਨਾ। ਅੱਜ ਮੰਡੀ 'ਚ ਜਿੰਨੀ ਜਿੰਸ ਆਉਂਦੀ ਹੈ, ਜੇ ਆਪਾਂ ਹਿਮਾਚਲ 'ਚ ਨਹੀਂ ਸਰਕਾਰ ਹੈ, ਜਿੰਨਾ ਫਰੂਟ ਤੇ ਹਿੰਦੁਸਤਾਨ ਤੇ ਕਬਜ਼ਾ ਇਹਨਾਂ ਦਾ, ਜਿੰਨਾ ਫਰੂਟ ਤੇ ਹਿੰਦੁਸਤਾਨ ਜਿਹੜਾ ਆਪਾਂ ਸੇਬ ਖਾਂਦੇ ਉਡਾਨੀ ਦਾ ਸੇਬ ਆਉਂਦਾ ਉੱਥੋਂ। ਸੋ ਇਹਨਾਂ ਨੇ ਜਿਹੜੇ ਆਪਣੇ ਕਿਸਾਨ ਆ, ਆਪਾਂ ਵੇਖੋ ਮਿਹਨਤੀ ਕੌਮ ਹੈ, ਆਪਾਂ ਸੋਨਾ ਪੈਦਾ ਕਰ ਦਿੰਦੇ ਹੈ ਨਾ। ਇਹਨਾਂ ਨੇ ਆਪਣੀ ਮਜਬੂਰੀ ਦਾ ਆਪਣਾ ਫਾਇਦਾ ਚੱਕਣਾ, ਆਪਦੀਆਂ ਮਰਜ਼ੀਆਂ ਕਰਨੀਆਂ, ਐਗਰੀਮੈਂਟ 20 ਸਾਲਾਂ ਦੇ ਕਰਨੇ ਹੈ। ਆਪਣੀ ਧਰਤੀ ਦਾ ਇਦੋਂ ਵੱਡਾ ਨੁਕਸਾਨ ਨਹੀਂ ਹੋ ਸਕਦਾ। ਲੱਗਦਾ ਵੀ ਦੇਸ਼ ਵਿਕ ਜੂਗਾ ਫਿਰ? ਦੇਸ਼ ਵਿਕਿਆ ਵੇ। ਜਿਹੜਾ ਦੇਸ਼ ਹੈ, ਦੇਸ਼ 4-5 ਘਰਾਣੇ ਚਲਾ ਰਹੇ ਆ। ਤੁਸੀਂ ਗਲਤੀ ਕਰ ਲਓ, ਮੈਨੂੰ ਦੱਸੋ, ਮੈਂ ਗਲਤੀ ਕਰ ਲਾਂ, ਤੁਹਾਨੂੰ ਬਸ ਕਿਸੇ ਨਹਿਰਾਂ ਹੀ ਟੱਪਣ ਦੇਣੀ ਤੇ ਨਿਰਮ ਮੋਦੀ ਆ ਕੇ 5-5 ਹਜ਼ਾਰ ਕਰੋੜ ਰੁਪਈਆ ਲੈ ਕੇ, ਵਿਜੇ ਮਾਲੀਆ ਵਰਗੇ 1500 4-4 ਹਜ਼ਾਰ ਕਰੋੜ ਰੁਪਈਆ ਲੈ ਕੇ ਉਹ ਇੰਗਲੈਂਡ ਬੈਠੇ ਆ ਯਾਰ, ਵਧੀਆ ਘੁੰਮਦੇ ਫਿਰਦੇ ਆ। ਤੁਸੀਂ ਮੈਨੂੰ ਦੱਸੋ, ਬਾਈ ਹੋਰੀ ਗਲਤੀ ਕਰ ਲੈਣ, ਇਹਨਾਂ ਨੂੰ ਸੂਆ ਟੱਪਣ ਦੇਣਗੇ? ਤੇ ਉਹ ਬੰਦੇ ਖਰਬਾਂ ਰੁਪਈਆ ਸਾਡਾ ਖਾ ਕੇ ਹਿੰਦੁਸਤਾਨ ਦਾ ਬਾਹਰ ਬੈਠੇ ਯਾਰ, ਉਹਨਾਂ ਪੈਸਾ ਸਾਡੀ ਕਿਸਾਨੀ ਨੂੰ ਦੇ ਦਿਓ, ਪੈਸੇ ਸਾਰੇ ਦੁੱਖ ਦੂਰ ਹੁੰਦੇ ਆ। ਜਿੰਨੇ ਬੁੱਤ ਤੇ ਪੈਸੇ ਲੱਗੇ ਉਹਨਾਂ ਨੇ ਕਰਜ਼ਾ ਲੈ ਸਾਰਾ ਲੈਂਦਾ ਸੀ ਬਾਈ ਜੀ। ਸੋ ਸੋਚ ਦੀ ਗੱਲ ਹੈ। ਵੇਖੋ ਐਡੂ ਵੱਡਾ ਨੁਕਸਾਨ ਹਿੰਦੁਸਤਾਨ ਦਾ ਤੇ ਪੰਜਾਬ ਦਾ ਤੇ ਹਰਿਆਣੇ ਦਾ, ਐਡੂ ਵੱਡਾ ਨੁਕਸਾਨ ਨਹੀਂ ਹੋ ਸਕਦਾ ਸੀ ਜਿੱਡਾ ਵੱਡਾ ਨੁਕਸਾਨ ਇਹਨਾਂ ਨੇ ਕਰ ਦਿੱਤਾ। ਲੱਗਦਾ ਵੀ ਇਹ 2-3 ਸੂਬਿਆਂ ਦਾ ਹੀ ਹੋਊਗਾ, ਬਾਕੀ ਨਹੀਂ ਬਾਈ ਜੀ। ਬਾਕੀ ਤਾਂ ਪਹਿਲਾਂ ਸਿਸਟਮ ਚੱਲੀ ਜਾਂਦਾ। ਅੱਛਾ ਜੀ। ਬਾਕੀ ਸਿਸਟਮ ਤਾਂ ਪਹਿਲਾਂ ਹੀ ਤੁਸੀਂ ਵੇਖੋ, ਜਿਹੜੀ ਮੈਂ ਤੁਹਾਨੂੰ ਪਹਿਲਾਂ ਈਸਟ ਇੰਡੀਆ ਕੰਪਨੀ ਦੀ ਗੱਲ ਕੀਤੀ, ਇਦੋਂ ਪਹਿਲਾਂ ਇਹਨਾਂ ਨੇ ਆਹ ਚੀਜ਼ ਅਸਾਮ ਦੇ ਚਾਹ ਦੇ ਬਾਗਾਂ 'ਚ ਕੀਤੀ ਸੀ। ਅੱਛਾ ਜੀ। ਠੀਕ ਹੈ। ਅੱਜ ਜਿਹੜੇ ਮਾਲਕ ਸੀ, ਬੜੀ ਸੋਹਣਾ ਲਾਈਫ ਸਟਾਈਲ ਸੀ, ਅੱਜ ਮਾਲਕ ਉਹਨਾਂ ਦੇ ਨੌਕਰ ਹੈ।
ਆਹ ਤਾਂ ਪਹਿਲਾਂ ਕਰਤਾਈਆਂ ਹੋਈਆਂ ਗੱਲਾਂ, ਸਾਰੀਆਂ ਚੀਜ਼ਾਂ ਸਾਹਮਣੇ ਆ। ਆਹ ਤਾਂ ਆਪਾਂ ਨੂੰ ਆਦਾ ਦਿਖਦਾ, ਜੇ ਆਪਾਂ ਨਾ ਲੜਾਈ ਲੜੀ ਆਪਣਾ ਹਾਲ ਵੀ ਉਹਨਾਂ ਸੂਬਿਆਂ ਵਰਗਾ ਹੋਊਗਾ। ਅੱਜ ਬਿਹਾਰ ਦੀ ਗੱਲ ਕਰੋ, ਬਿਹਾਰ ਦਾ ਕਿਸਾਨ ਦਾ ਕੀ ਹਾਲ ਹੈ, ਗੁਜਰਾਤ ਦੇ ਕਿਸਾਨ ਦਾ ਕੀ ਹਾਲ ਹੈ। ਪਰ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਇੰਨਾ ਕੁਝ ਬਾਹਰਲੀਆਂ ਸਟੇਟਾਂ 'ਚ ਬੁਰਾ ਹਾਲ ਆ, ਸਰਕਾਰ ਫਿਰ ਵੀ ਰਿਪੀਟ ਕਰ ਗਈ। ਬਾਈ ਜੀ ਸਿਆਸੀ ਤੁਸੀਂ ਵੀ ਦੇਖੋ, ਮੈਂ ਵੀ ਦੇਖਾਂ, ਜਦੋਂ ਇੱਕ ਬੰਦਾ ਬਹੁਤ ਮਜਬੂਰ ਹੈ ਨਾ, 1-1 ਰੁਪਈਏ ਦਾ ਮੈਂ ਆਪ ਜਾ ਕੇ ਹੁਣ ਇਲੈਕਸ਼ਨ ਵਿੱਚ ਛੱਤੀਸਗੜ੍ਹ ਤੱਕ ਮੈਂ ਆਪ ਜਾ ਕੇ ਦੇਖਿਆ, ਉੱਥੇ ਜ਼ਮੀਨ ਕਿੰਨੀ ਹੈ, 1 ਕਨਾਲ 2 ਕਨਾਲ। ਬਰਾਨੀ ਝੋਨਾ ਵੇਖਿਆ ਮੈਂ, ਬਰਾਨੀ ਝੋਨਾ ਵੇਖਿਆ ਉੱਥੇ, ਉਸ ਬੰਦੇ ਦੇ ਖਾਤੇ 6000 ਰੁਪਈਆ ਪਾ ਦਿਓ, ਖੁਸ਼ ਹੋ ਹੈ ਨਾ। ਯਾਰ ਤੁਸੀਂ ਪੰਜਾਬ ਨੂੰ, ਪੰਜਾਬੀਅਤ ਨੂੰ, ਇਸ ਧਰਤੀ ਨੂੰ, ਸਾਡੀ ਅਣਖ ਨੂੰ ਦੂਜਿਆਂ ਨਾਲ ਕਿਵੇਂ ਮਿਲਾ ਸਕਦੇ ਹੋ ਯਾਰ। ਵੇਖੋ ਜਿੰਨੇ ਵੱਡੇ ਜੁਰਮ ਹੋਏ ਪੰਜਾਬ 'ਚ, ਕਿਹਨੇ ਚੱਲੇ ਹਿੰਦੁਸਤਾਨ 'ਚ, ਪੰਜਾਬੀਆਂ ਨੇ ਚੱਲੇ। ਅਬਦਾਲੀ ਕਿੱਥੋਂ ਆਉਂਦਾ ਸੀ, ਪੰਜਾਬ ਦੇ ਵਿੱਚੋਂ ਆਉਂਦਾ ਸੀ। ਲੜਾਈ ਕੌਣ ਲੜੀ, ਪੰਜਾਬੀ ਲੜਦੇ ਸੀ। ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ, ਤੇ ਪੰਜਾਬੀਆਂ ਨੂੰ ਪਿੱਛੇ ਕਿਉਂ ਕੀਤਾ? ਭਾਈ ਜੀ ਤੁਹਾਡੇ ਸਾਹਮਣੇ ਆ ਪਾਲਿਸੀਆਂ। ਮੈਂ ਤਾਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਹਟਿਆ, ਅੱਜ ਤੁਸੀਂ ਵੇਖੋ ਸਭ ਤੋਂ ਵੱਡੀ ਕੁਰਬਾਨੀ ਕੀ ਹੋਊਗੀ। ਆਪ ਅਸੀਂ ਬਿਮਾਰ ਹੋਈ ਜਾਂਦੇ ਹਾਂ ਤੇ 1.5% ਆਬਾਦੀ ਸਾਰੇ ਮੁਲਕ ਦਾ ਢਿੱਡ ਭਰੀ ਜਾਂਦੀ ਯਾਰ, ਇਦੋਂ ਵੱਡੀ ਕੁਰਬਾਨੀ ਕੀ ਹੋਊਗੀ। ਜੀ ਬਿਲਕੁਲ, ਇਹ ਜਿਹੜੀਆਂ ਪਾਲਿਸੀਆਂ ਨੇ ਸੈਂਟਰ ਦੀਆਂ, ਉਹ ਕਹਿੰਦੇ ਨੇ ਕਿ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਨੇ। ਜਿਵੇਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਆਬਾਦ ਕਰਾ ਕੇ ਦਿੱਤੀਆਂ ਸਨ, ਉਤੋਂ ਵੀ ਜ਼ਮੀਨਾਂ ਦੇ ਉੱਤੇ ਅਬਦਾਲੀ ਵਰਗੀਆਂ ਦਾ ਕਬਜ਼ਾ ਸੀ, ਤੇ ਅੱਜ ਵੀ ਜਿਹੜੀ ਆ ਉਹ ਰੂਹ ਪ੍ਰਵੇਸ਼ ਉਹਨਾਂ 'ਚ ਕਰ ਚੁੱਕੀ ਹੈ ਤੇ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ। ਕਿਸਾਨ ਜਥੇਬੰਦੀਆਂ ਦਾ ਵੱਡਾ ਇਕੱਠ ਜਿਹੜਾ ਇੱਥੇ ਹੋ ਚੁੱਕਿਆ ਹੈ, ਪਹੁੰਚ ਰਹੀਆਂ ਨੇ, ਹਜੇ ਵੀ ਜਥੇਬੰਦੀਆਂ ਜਿਹੜੀਆਂ ਵੱਧ ਚੜ੍ਹ ਕੇ ਇੱਥੇ ਪਹੁੰਚ ਰਹੀਆਂ ਨੇ। ਅਸੀਂ ਹੋਰਨਾਂ ਨਾਲ ਵੀ ਗੱਲਬਾਤ ਕਰਾਂਗੇ, ਤਦ ਤੱਕ ਲਈ ਦਿਓ ਇਜਾਜ਼ਤ। ਅੱਜ ਪੰਜਾਬ ਭਰ ਬੰਦ ਹੈ, ਕਿਸਾਨ ਜਥੇਬੰਦੀਆਂ ਧਰਨਿਆਂ 'ਤੇ ਨੇ। ਕਿਸਾਨ ਜਥੇਬੰਦੀਆਂ ਦਾ ਸਹਿਯੋਗ ਦੇਣ ਲਈ ਬੈਂਸਾਂ ਦੇ ਜਿਹੜੇ ਵਰਕਰ ਹੈਗੇ ਨੇ, ਜ਼ਿਲ੍ਹਾ ਪ੍ਰਧਾਨ ਹੈਗੇ ਨੇ, ਉਹ ਵੀ ਅੱਜ ਕਿਸਾਨ ਜਥੇਬੰਦੀਆਂ ਸਹਿਯੋਗ ਦੇਣ ਲਈ ਇਕੱਠੀਆਂ ਨੇ। ਦੁਕਾਨਾਂ ਬੰਦ ਕਰਾਉਂਦੇ ਜਿਹੜੇ ਦੇਖ ਰਹੇ ਸੀ ਕਿ ਸਾਡੇ ਨਾਲ ਮੌਜੂਦ ਨੇ, ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਅਕਾਲ ਚੈਨਲ ਦੇ ਸਾਰੇ ਜਿਹੜੇ ਸਟਾਫ ਆ, ਖਾਸ ਕਰਕੇ ਜਗਮੀਤ ਸਿੰਘ ਖੱਪਿਆਂ ਵਾਲੀ, ਜਿਹੜੇ ਵੀ ਬਹੁਤ ਵਧੀਆ ਵਰਕ ਕਰ ਰਹੇ ਆ। ਬੜੀ ਖੁਸ਼ੀ ਹੁੰਦੀ ਆ ਵੀਰ ਜਦੋਂ ਦੂਰ ਦਰੇਡੇ ਜਾ ਕੇ ਕੋਈ ਸੱਚ ਦੀ ਆਵਾਜ਼ ਬੁਲੰਦ ਕਰਦੇ ਆ। ਹੁਣ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ, ਬਲਕਿ ਹਿੰਦੁਸਤਾਨ ਦੇ ਵਿੱਚ, ਜੋ ਮੋਦੀ ਨੇ ਇੱਕ ਕਿਸਾਨ ਮਾਰੂ, ਮਜ਼ਦੂਰ ਮਾਰੂ ਜਿਹੜਾ ਆਰਡੀਨੈਂਸ ਜਾਰੀ ਕੀਤਾ, ਆਰਡੀਨੈਂਸ ਨਹੀਂ ਮੈਂ ਕਹਿੰਦਾ RDX ਆ, RDX ਜਾਰੀ ਕੀਤਾ, ਕਿਸਾਨਾਂ ਦੇ ਉੱਤੇ ਸੱਟਿਆ। ਜਿਹੜਾ ਅਸੀਂ ਉਹਨੂੰ ਇਕੱਠੇ ਹੋ ਕੇ ਇਹੀ ਦੱਸਣਾ ਚਾਹੁੰਦੇ ਆ ਵੀ ਅਸੀਂ, ਸਾਡੀ ਏਕਤਾ ਇੱਕ ਜੱਗ ਜ਼ਾਹਰ ਕਰਦੀਆਂ ਨੇ ਕਿ ਜਿਹੜੇ ਲੋਕ ਮਾਰੂ ਨੀਤੀਆਂ ਜਿਹੜੀਆਂ ਮੋਦੀ ਨੇ ਚਲਾਈਆਂ, ਅਸੀਂ ਸਖਤ ਵਿਰੋਧਤਾ ਕਰਦੇ ਹਾਂ, ਹਮਾਇਤ ਕਰਦੇ ਹਾਂ ਕਿਸਾਨ ਮਜ਼ਦੂਰਾਂ ਦੀ ਵੀ ਅਸੀਂ ਨਾਲ ਆ ਭਾਈ। ਜੇ ਮੋਦੀ ਜਿਹੜਾ ਅੱਜ ਧੱਕੇਸ਼ਾਹੀ ਕਰ ਰਿਹਾ, ਆਪ ਹੁਦਰੀਆਂ ਕਰ ਰਹੇ ਹਾਂ, ਅਸੀਂ ਉਹਦਾ ਡਟ ਕੇ ਵਿਰੋਧ ਕਰ ਰਹੇ ਹਾਂ। ਲੋਕ ਇਨਸਾਫ ਪਾਰਟੀ ਵੱਲੋਂ ਵੀ ਸਾਨੂੰ ਬੈਂਸ ਸਾਹਿਬ ਨੇ ਕਿਹਾ ਸੀ ਵੀ ਕਿਸਾਨ ਮਜ਼ਦੂਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨਾ, ਪਰ ਫਿਰ ਵੀ ਅਸੀਂ ਆਪਦੇ ਹਿੱਤਾਂ ਨੂੰ ਵੇਖਦੇ ਹੋਏ, ਕਿਉਂਕਿ ਚਲੋ ਮੈਂ ਕਿਸਾਨ ਦਾ ਪੁੱਤ ਤਾਂ ਨਹੀਂਗਾ, ਪਰ ਕਿਸਾਨੀ ਬਾਰੇ ਮੈਂ ਜਾਣਦਾ ਵੀ ਕਿਸਾਨ ਦਾ ਜੇ ਢਿੱਡ ਭਰੂਗਾ, ਕਿਸਾਨ ਦੀ ਜੇ ਫਸਲ ਆਊਗੀ ਤਾਂ ਆੜ੍ਹਤੀਆਂ ਦੇ ਫਸਲ ਆਊਗੀ, ਮਜ਼ਦੂਰਾਂ ਤੱਕ, ਲੇਬਰ ਤੱਕ, ਘਰਾਂ ਤੱਕ, ਦੁਕਾਨਾਂ ਤੱਕ, ਇੱਥੋਂ ਤੱਕ ਕਿ ਫੈਕਟਰੀਆਂ ਵਾਲੇ ਮਜ਼ਦੂਰਾਂ ਤੱਕ, ਸਾਰਿਆਂ ਤੱਕ ਇਹ ਜਿਹੜਾ ਪਹੁੰਚਣਾ। ਇਹ ਸੋ ਮੋਦੀ ਦੀ ਜੋ ਕਿਸਾਨ ਮਾਰੂ, ਪੰਜਾਬ ਮਾਰੂ ਦਾ ਨੀਤੀ ਦਾ ਮੈਂ ਡਟ ਕੇ ਵਿਰੋਧ ਕਰਦਾ ਤੇ ਅਸੀਂ ਕਿਸਾਨ ਭਰਾਵਾਂ ਦੇ ਨਾਲ ਆ। ਜੀ ਪ੍ਰਧਾਨ ਸਾਹਿਬ ਸਾਡੇ ਨਾਲ ਮੌਜੂਦ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਵੇਖ ਲਓ ਕਿਸਾਨਾਂ ਦਾ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਸ ਧਰਨਾ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ। ਅੱਜ ਕਿਸਾਨ ਹਰ ਪੰਜਾਬ ਦਾ ਬੱਚਾ ਧਰਨਾ ਕੇਂਦਰ ਦੀ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ, ਸਾਰੀਆਂ ਜਥੇਬੰਦੀਆਂ ਇਕੱਠੀਆਂ, ਤੁਸੀਂ ਸਹਿਯੋਗ ਦੇ ਰਹੇ ਹੋ? ਅਸੀਂ ਸਹਿਯੋਗ ਦੇ ਰਹੇ ਹਾਂ, ਅਸੀਂ ਲੋਕ ਇਨਸਾਫ ਪਾਰਟੀ ਵੱਲੋਂ ਅਸੀਂ ਸਹਿਯੋਗ ਦੇ ਰਹੇ ਹਾਂ। ਪਰ ਇੱਕ ਗੱਲ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਅੱਜ ਅਸੀਂ ਪਾਰਟੀਬਾਜ਼ੀ ਤੋਂ ਪਾਸੇ ਹਟ ਕੇ, ਇੱਕ ਨਾ ਕੋਈ ਝੰਡਾ ਨਾ ਕੋਈ ਡੰਡਾ, ਅਸੀਂ ਇੱਕ ਕਿਸਾਨ ਦੇ ਪੁੱਤ ਬਣ ਕੇ, ਕਿਸਾਨ ਨੂੰ ਆਪਦਾ ਮੰਨ ਕੇ ਅਸੀਂ ਅੱਜ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹੁੰਦਾ ਵੀ ਜਿਹੜੀ ਸਾਡੀ ਪਾਰਟੀ ਆ, ਇਹ ਅੱਜ ਤੋਂ ਤਕਰੀਬਨ 3 ਮਹੀਨੇ ਪਹਿਲਾਂ ਇੱਕ ਸਾਈਕਲ ਯਾਤਰਾ ਕੱਢੀ ਸੀ ਅੰਮ੍ਰਿਤਸਰ ਤੋਂ ਚੰਡੀਗੜ੍ਹ, ਤੇ 5 ਦਿਨ ਅਸੀਂ ਉੱਥੇ ਜਿਹੜੇ ਸੜਕਾਂ ਤੇ ਕੱਟੇ, ਟੈਂਟ ਲਾਏ। ਜਦੋਂ ਤੁਸੀਂ ਉਹ ਸਾਈਕਲ ਯਾਤਰਾ ਕੱਢੀ ਸੀਗੀ, ਮੁੱਖ ਮੰਤਰੀ ਦੇ ਜਿਹੜੀ ਕੋਠੀ ਦਾ ਘਰਾਓ ਕੀਤਾ ਸੀ, ਉੱਥੇ ਵਿਛਾੜਾਂ ਪਈਆਂ ਸੀ ਪਾਣੀ ਦੀਆਂ? ਉੱਥੇ ਪਾਣੀ ਦੀਆਂ ਵਿਛਾੜਾਂ ਵੀ ਸਾਡੇ ਪਈਆਂ ਜੀ। ਅਸੀਂ ਉਦੋਂ ਤੁਹਾਡੇ ਇਸ ਚੀਜ਼ ਦੇ ਖਿਲਾਫ ਤੁਹਾਡੇ ਤੇ ਡਾਂਗ ਸੋਟੀ ਵੀ ਚੱਲੀ, ਪਾਣੀ ਦੀਆਂ ਵਿਛਾੜਾਂ ਵੀ ਵੱਜੀਆਂ। ਅੱਜ ਉਹੀ ਸਰਕਾਰ ਕਹਿੰਦੀ ਹੈ ਕਿ ਆਰਡੀਨੈਂਸ ਗਲਤ ਆ। ਮੈਂ ਉਹੀ ਗੱਲ ਕਹਿਣਾ ਚਾਹੁੰਦਾ ਨਾ, ਅੱਜ ਅਕਾਲੀ ਦਲ ਵੀ ਆਪਦਾ ਕਹਿ ਰਿਹਾ, ਸਪਸ਼ਟ ਕਰ ਰਿਹਾ
ਅੱਜ ਤੋਂ 15 ਦਿਨ ਪਹਿਲਾਂ ਆਹੀ ਜਿਹੜੇ ਅਕਾਲੀ ਦਲ ਦੇ ਐਮਪੀ ਆ ਜਾਂ ਮੰਤਰੀ ਆ ਇਹਨਾਂ ਨੇ ਆਪਦੇ ਹੱਥੀਂ ਉੱਥੇ ਸਾਈਨ ਕੀਤੇ ਸੀ ਵੀ ਇਹ ਬਿੱਲ ਪਾਸ ਕਰਨ ਦੇ ਵਿੱਚ। ਇੱਥੋਂ ਤੱਕ ਕਿ ਜਿਹੜੀ ਤੁਸੀਂ ਕੈਪਟਨ ਮਨਿੰਦਰ ਸਿੰਘ ਦੀ ਗੱਲ ਕੀਤੀ ਆ, ਉਹ ਵੀ ਉੱਥੇ ਜਾ ਕੇ ਆਪਦਾ ਦਿੱਲੀ ਜਾ ਕੇ ਇਸ ਆਰਡੀਨੈਂਸ ਤੇ ਸਾਈਨ ਕਰਕੇ ਆਇਆ ਸੀ। ਤੇ ਤੁਸੀਂ ਅੱਜ ਵੇਖ ਲਓ, ਅੱਜ ਦੀ ਡੇਟ ਦੇ ਵਿੱਚ ਸਾਰੇ ਪਾਰਟੀਆਂ ਵੋਟਾਂ ਲੈਣ ਦੀ ਖਾਤਰ ਅੱਜ ਸੜਕਾਂ ਤੇ। ਹੁਣ ਅੱਜ ਪਤਾ ਲੱਗ ਗਿਆ ਵੀ ਕਿਸਾਨ 2 ਧੜੱਲੇ ਜਿਹੜੇ ਸਿਆਸਤ 'ਚ ਵਿੱਚ ਗਿਣੇ ਗਏ ਆ, ਇੱਕ ਪਟਿਆਲਾ ਤੇ ਇੱਕ ਬਾਦਲ ਪਰਿਵਾਰ। ਪਟਿਆਲੇ ਦੇ ਬਾਰ 'ਚ ਵੀ ਧਰਨਾ ਤੇ ਬਾਦਲਾਂ ਦੇ ਬਾਰ 'ਚ ਵੀ ਧਰਨਾ। ਸੋ ਮੈਂ ਫਿਰ ਕਹਿਣਾ ਚਾਹੁੰਦਾ, ਅੱਜ ਬੱਚਾ ਹਰ ਇੱਕ ਜਥੇਬੰਦੀ 31 ਜਥੇਬੰਦੀਆਂ ਨੇ ਕਿਸਾਨ ਵਿੰਗ ਨੂੰ ਅੱਜ ਸਾਥ ਦਿੱਤਾ। ਅੱਜ ਅਸੀਂ ਵੀ ਲੋਕ ਇਨਸਾਫ ਪਾਰਟੀ ਵੱਲੋਂ ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਦੇ ਜਿਹੜੇ ਹੁਕਮਾਂ ਦੀ ਪਾਲਣਾ ਕਰਕੇ ਅਸੀਂ ਵੀ ਬਿਨਾਂ ਝੰਡੇ ਤੋਂ ਕੋਈ ਸਿਆਸਤ ਨਹੀਂ ਕਰਕੇ ਅਸੀਂ ਉੱਥੇ ਪਹੁੰਚ ਰਹੇ ਹਾਂ, ਕਿਸਾਨਾਂ ਦੇ ਹੱਕ ਵਿੱਚ ਪਹੁੰਚ ਰਹੇ ਹਾਂ। ਬਿਲਕੁਲ ਇੱਥੇ ਜਿਹੜੇ ਬੈਂਸਾਂ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਮੁਕਤਸਰ ਸਾਹਿਬ ਦੀਆਂ ਹੈਗੀਆਂ, ਉਹ ਵੀ ਕਿਸਾਨਾਂ ਦੇ ਹੱਕ ਵਿੱਚ ਅੱਜ ਉਤਰ ਆਈਆਂ ਨੇ। ਕਹਿੰਦੇ ਸੀ ਕਿ ਨਿਹੰਗ ਸਿੰਘ ਜਿਹੜੇ ਬੋਰੀਆਂ ਲੈ ਕੇ ਉਤੋਂ ਤੱਕ ਘਰਾਂ ਦੇ ਵਿੱਚ ਆ ਜਾਂਦੇ ਨੇ ਜਦੋਂ ਇਹਨਾਂ ਨੂੰ ਗਰਾਈ ਚਾਹੀਦੀ ਹੁੰਦੀ ਹੈ, ਪਰ ਅੱਜ ਕਿਸਾਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ। ਸਰਕਾਰ ਭਾਰੀ ਪੈ ਚੁੱਕੀ ਹੈ ਸੈਂਟਰ ਦੀ। ਉਤੋਂ ਕਿੱਥੇ ਨੇ ਉਹ ਨਿਹੰਗ ਸਿੰਘ? ਅੱਜ ਉਹ ਨਿਹੰਗ ਸਿੰਘ ਸਾਡੇ ਨਾਲ ਮੌਜੂਦ ਨੇ, ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੋਂ ਬੇਨਤੀ ਕਰਨੀ ਚਾਹੁੰਦੇ ਆ, ਜੋ ਮੋਦੀ ਸਰਕਾਰ ਨੇ ਜਦੋਂ ਵੀ ਧੱਕਾ ਕੀਤਾ ਅੱਜ ਕਿਸਾਨਾਂ ਨਾਲ ਨਹੀਂ, ਕਰੋਨਾ ਦੇ ਵਿੱਚ ਵੀ ਪਹਿਲੋਂ ਸਾਰਿਆਂ ਨੂੰ ਮਾਰ ਪਈ। ਜੋ ਦੁਕਾਨਦਾਰ ਕਿੰਨੇ ਵੀ ਸਾਰੇ ਵੀਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ। ਪਹਿਲੋਂ ਮੋਦੀ ਵੱਲੋਂ ਜੋ ਨੋਟਬੰਦੀ ਕੀਤੀ ਗਈ, ਉਦੋਂ ਵੀ ਜਿਹੜੇ ਤਗੜੇ ਲੋਕ ਨੇ, ਜੋ ਲੀਡਰ ਲੋਕ ਨੇ, ਉਹਨਾਂ ਨੇ ਆਪੋ ਆਪਣੇ ਪੈਸਿਆਂ ਦੀ ਸੈਟਿੰਗ ਕਰਕੇ ਫਿਰ ਮੋਦੀ ਨੇ ਐਲਾਨ ਕਰ ਦਿੱਤਾ ਜੋ ਪੁਰਾਣੇ ਨੋਟ ਨੇ ਉਹਨਾਂ ਨੂੰ ਜਮ੍ਹਾਂ ਕਰਾ ਕੇ ਫਿਰ ਲੋਕਾਂ ਨੇ ਬੈਂਕਾਂ ਦੇ ਸਾਹਮਣੇ ਧੱਕੇ ਖਾਧੇ। ਬਜ਼ੁਰਗ ਲੋਕ ਉੱਥੇ ਖੜੇ ਧੁੱਪੇ ਸੜ ਗਏ ਨੇ, ਉਦੋਂ ਵੀ ਬੜਾ ਧੱਕਾ ਹੋਇਆ। ਅੱਜ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਮੋਦੀ ਸਰਕਾਰ ਨੇ। ਜੋ ਬਿੱਲ ਪਾਸ ਨਹੀਂ ਹੋਣਾ ਚਾਹੀਦਾ ਉਹਦੀ ਅਸੀਂ ਨਿਖੇਧੀ ਕਰਦੇ ਹਾਂ। ਬਿੱਲ ਪਾਸ ਜੋ ਬਿੱਲ ਨੂੰ ਲਾਗੂ ਕੀਤਾ ਗਿਆ ਹੈ, ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੀ ਮਿਸਲ ਸ਼ਹੀਦਾਂ ਤਰਨਾ ਦਲ ਉਹਨਾਂ ਮਹਾਂਪੁਰਖਾਂ ਵੱਲੋਂ ਅਸੀਂ ਪਹੁੰਚੇ ਹਾਂ। ਅਤੇ ਕਾਰ ਸੇਵਾ ਵਾਲੇ ਸੰਤ ਬਾਬਾ ਬਲਦੇਵ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖਾਂ ਵੱਲੋਂ ਅਸੀਂ ਦੋਵਾਂ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਅੱਜ ਅਸੀਂ ਖੜ੍ਹੇ ਹਾਂ। ਜਦੋਂ ਵੀ ਸਾਡੀ ਲੋੜ ਪਵੇ, ਪਹਿਲੋਂ ਵੀ ਕਰੋਨਾ ਦੇ ਵਿੱਚ ਲੋਕ ਇਨਸਾਫ ਪਾਰਟੀ ਸਾਰੇ ਹੀ ਰਲ ਮਿਲ ਕੇ ਇਲਾਕੇ ਨੇ, ਜਦੋਂ ਵੀ ਕੋਈ ਭੀੜ ਪੈਂਦੀ ਹੈ, ਇਹ ਸਾਰੇ ਹੀ ਕਿਸਾਨਾਂ ਵੀਰਾਂ ਨੇ ਗੁਰੂ ਕੇ ਲੰਗਰ ਵਰਤਾ ਕੇ ਘਰ ਘਰ ਵਿੱਚ ਲੰਗਰ ਵਰਤਾਇਆ। ਜੋ ਕਿਸਾਨਾਂ ਤੇ ਸਾਡੇ ਤੇ ਸਾਰੇ ਬਿਲਕੁਲ ਤੁਹਾਡਾ ਜਿਹੜਾ ਸਹਿਯੋਗ ਅਸੀਂ ਕਾਲ ਚੈਨਲ ਤੇ ਪਹਿਲਾਂ ਵੀ ਚਲਾਇਆ ਵੀ ਕਿ ਤੁਸੀਂ ਘਰ ਘਰ ਲੰਗਰ ਪਹੁੰਚਾਇਆ ਜਦੋਂ ਕੋਵਿਡ ਆਇਆ ਸੀਗਾ, ਜਦੋਂ ਮਹਾਮਾਰੀ ਫੈਲੀ ਸੀਗੀ। ਅੱਜ ਕਿਸਾਨ ਜਿਹੜਾ ਉਹ ਕਹਿੰਦੇ ਆਖਰੀ ਸਾਹਾਂ ਤੇ ਆ। ਅੱਜ ਜਥੇਬੰਦੀਆਂ ਪੂਰਨ ਤੌਰ ਤੇ ਨਾਲ ਨੇ, ਸਾਰੇ ਕਿੰਨੇ ਵੀ ਜਥੇਬੰਦੀਆਂ ਸਾਰਾ ਪੰਜਾਬ ਸਾਰੇ ਕਿਸਾਨਾਂ ਦੇ ਨਾਲ ਆ। ਕੀ ਕਹਿਣਾ ਚਾਹੁੰਦੇ ਹੋ ਵੀ ਸੈਂਟਰ ਨੇ ਐਡਾ ਵੱਡਾ ਕਹਿਰ ਪੰਜਾਬ ਤੇ ਜਾਂ ਹਰਿਆਣੇ ਵਰਗੇ ਜਿੱਥੇ ਫਸਲ ਜ਼ਿਆਦਾ ਹੁੰਦੀ ਉੱਥੇ ਕਿਉਂ ਜ਼ਿਆਦਾ ਢਾਇਆ? ਅਸੀਂ ਕਹਿੰਦੇ ਕਿਸਾਨ ਕਿੱਥੇ ਵੀ ਹੈ, ਸਾਰੇ ਇੰਡੀਆ ਦੇ ਵਿੱਚ ਕਿਸਾਨ, ਭਾਵੇਂ ਕੋਈ ਨਿੱਕਾ ਕਿਸਾਨ ਭਾਵੇਂ ਵੱਡਾ ਕਿਸਾਨ, ਇਹ ਸਾਰਿਆਂ ਨੂੰ ਘਾਟਾ ਪਿਆ, ਸਾਰਿਆਂ ਨੂੰ ਦਬਾਇਆ ਗਿਆ ਮੋਦੀ ਵੱਲੋਂ। ਕਿਉਂ ਮੋਦੀ ਨੂੰ ਬਹੁਤ ਮਾੜਾ ਕੰਮ ਕੀਤਾ, ਮੋਦੀ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਕਿ ਉਹਨੂੰ ਕੀ ਪਤਾ ਕਿਸਾਨਾਂ ਦੇ ਦੁੱਖ ਕੀ ਹੁੰਦੇ ਆ, ਕਿ ਉਹ ਹਰ ਪਾਸੇ ਉਹ ਕਿਸਾਨ ਨੂੰ ਮਾਰ ਪੈ ਰਹੀ ਆ। ਅਸੀਂ ਖੁਦ ਕਿਸਾਨ, ਅਸੀਂ ਆਪ ਹੱਥੀਂ ਮਿਹਨਤ ਕਰਦੇ ਹਾਂ, ਖੇਤੀ ਕਰਦੇ ਹਾਂ, ਅਸੀਂ ਵੀ ਕਿਸਾਨ ਆ, ਸਾਰੇ ਕਿਸਾਨ ਨੇ, ਕਿੰਨੇ ਵੀ ਸਾਰੇ ਵੀਰ ਇਕੱਠੇ ਹੋਏ ਨੇ। ਅਸੀਂ ਇਹੀ ਸਰਕਾਰ ਨੂੰ ਕਹਿਣਾ ਚਾਹੁੰਦੇ, ਜੋ ਤੁਸੀਂ ਬਿੱਲ ਪਾਸ ਕੀਤਾ ਇਹਨੂੰ ਰੱਦ ਕੀਤਾ ਜਾਵੇ, ਖਤਮ ਕੀਤਾ ਜਾਵੇ। ਕਿਵੇਂ ਪਹਿਲੋਂ ਫਸਲ ਵਿਕਦੀ ਉਸੇ ਤਰ੍ਹਾਂ ਵਿਕਣੀ ਚਾਹੀਦੀ ਹੈ ਜੀ। ਇੱਥੇ ਜਿਵੇਂ ਕਹਿ ਲਓ ਵੀ ਕਿਸਾਨਾਂ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਪਾਰਟੀਆਂ ਵੀ ਸਾਰੀਆਂ ਮੌਜੂਦ ਨੇ। ਜਿਵੇਂ ਕਹਿ ਦਿੰਦੇ ਆ ਵੀ ਕਿ ਮਹਾਜਨ ਪਰਿਵਾਰ ਜਿਹੜੇ ਦੁਕਾਨਾਂ ਚਲਾਉਂਦੇ ਨੇ ਕਿ ਉਹ ਸਹਿਯੋਗ ਨਹੀਂ ਦੇਣਗੇ, ਪਰ ਉਹ ਵੀ ਸਹਿਯੋਗ ਦੇ ਰਹੇ ਨੇ, ਉਹ ਵੀ ਵਿੱਚ ਦਿਖ ਰਿਹਾ। ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਕਿ ਜੋ ਸਰਕਾਰ ਨੇ ਬਿੱਲ ਪਾਸ ਕੀਤਾ ਹੈ, ਅਸੀਂ ਉਹਦੇ ਬਹੁਤ ਵਿਰੋਧ ਦੇ ਵਿੱਚ ਹੈ। ਅਸੀਂ ਕਾਰੋਬਾਰ ਬੰਦ ਨੇ, ਫਿਰ ਅੱਜ ਕਾਰੋਬਾਰ ਬੰਦ ਹੈ, ਦੁਕਾਨਾਂ ਅਸੀਂ ਪੂਰਨ ਤੌਰ ਤੇ ਸਹਿਯੋਗ ਦਿਓਗੇ ਜਿੰਨਾ ਚਿਰ ਵੀ, ਜੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪੂਰਨ ਸੰਯੋਗ ਦੇਵਾਂਗੇ। ਪੂਰਨ ਤੌਰ ਤੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਚੱਲਾਂਗੇ, ਜਿੰਨਾ ਚਿਰ ਸਾਨੂੰ ਕਹਿਣਗੇ ਅਸੀਂ ਕਿਸਾਨਾਂ ਦੇ ਨਾਲ ਹੈ। ਤੁਹਾਨੂੰ ਲੱਗਦਾ ਵੀ ਜਿਹੜਾ ਤੁਹਾਡੇ ਕਾਰੋਬਾਰ ਨੇ ਕਿਸਾਨਾਂ ਦੇ ਸਿਰ ਤੇ ਨੇ ਜਾਂ ਆਪਣੇ ਇੱਥੇ ਭਾਈਚਾਰੇ ਦੇ ਸਿਰ ਤੇ ਨੇ, ਉਹ ਤੋਂ ਸੈਂਟਰ 'ਚ ਬੈਠੇ ਆ? ਹਾਂਜੀ, ਕਿਸਾਨਾਂ ਦੇ ਸਿਰ ਤੇ ਸਾਡੇ ਸਾਰੇ ਕਾਰੋਬਾਰ ਜੀ, ਕਿਸਾਨਾਂ ਦੇ ਸਿਰ ਤੇ ਹੈ। ਜੇ ਫਸਲ ਆਊਗੀ ਸਾਡਾ ਬਾਜ਼ਾਰ 'ਚ ਕੰਮ ਚੱਲੂਗਾ, ਨਹੀਂ ਤਾਂ
ਸਾਡੇ ਜਿਹੜੇ ਦੁਕਾਨਦਾਰ ਹੈ ਸਾਰੇ ਫੇਲ ਹੋ ਚੁੱਕੇ ਨੇ ਬਾਜ਼ਾਰ ਦੇ ਵਿੱਚ, ਪਰ ਨੋਟ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ। ਮੋਦੀ ਕਾਲੇ ਕਾਨੂੰਨ ਬੰਦ ਕਰੋ, ਬੰਦ ਕਰੋ, ਬੰਦ ਕਰੋ। ਮੋਦੀ ਵੱਲੋਂ ਲਾਗੂ ਕਾਲੇ ਕਾਨੂੰਨ ਬੰਦ ਕਰੋ, ਬੰਦ ਕਰੋ, ਬੰਦ ਕਰੋ। ਜੈ ਕਿਸਾਨ, ਜੈ ਜਿਵੇਂ ਤੁਸੀਂ ਦੇਖਿਆ ਕਿ ਕਾਫੀ ਜਿਹੜਾ ਗੁੱਸਾ ਹੈਗਾ ਲੋਕਾਂ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ, ਸੈਂਟਰ ਦੀ ਸਰਕਾਰ ਦੇ ਖਿਲਾਫ। ਪੰਜਾਬ ਸਰਕਾਰ ਦੀ ਜੇਕਰ ਗੱਲ ਕਰੀਏ ਜਾਂ ਕੋਈ ਹੋਰ ਰਵਾਇਤੀ ਪਾਰਟੀਆਂ ਦੀ ਗੱਲ ਕਰੀਏ, ਸਿਆਸਤ ਸਾਰੇ ਹੀ ਕਰ ਰਹੇ ਨੇ ਕਿਸਾਨੀ ਦੇ ਉੱਤੇ। ਅੱਜ ਸਾਰਿਆਂ ਕੋਲ ਮੌਕਾ ਹੈ, ਹਰੇਕ ਨੂੰ ਲੱਗਦਾ ਸੀ ਕਿ 2022 ਦੇ ਵਿੱਚ ਜਿਹੜੀ ਸਰਕਾਰ ਸਾਡੀ ਰਿਪੀਟ ਨਹੀਂ ਕਰਨੀ, ਪਰ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਕਿਸਾਨੀ ਦੇ ਸਿਰ ਤੇ ਸ਼ਾਇਦ ਅਸੀਂ ਜਿਹੜੀ 2022 ਦੇ ਵਿੱਚ ਸਰਕਾਰ ਰਿਪੀਟ ਕਰਾਂਗੇ। ਇਹ ਰਵਾਇਤੀ ਪਾਰਟੀਆਂ ਸਾਰੀਆਂ ਨੂੰ ਹੈ, ਕੋਈ ਵੀ ਸਿਆਸੀ ਧਿਰ ਹੋਵੇ ਚਾਹੇ ਇਹ ਕਿਉਂ ਨਾ ਹੋਣ, ਹਰੇਕ ਨੂੰ ਇਹ ਲੱਗਦਾ ਕਿ ਅਸੀਂ ਅੱਗੇ ਜਾਵਾਂਗੇ। ਪਰ ਜਿਹੜਾ ਦਿਲੋਂ ਕਿਸਾਨ ਦੇ ਨਾਲ ਖੜੇਗਾ, ਤੇ ਕਿਸਾਨਾਂ ਨੂੰ ਵੀ ਇਹ ਚੀਜ਼ ਸੋਚ ਲੈਣੀ ਚਾਹੀਦੀ ਹੈ ਕਿ ਸਹਿਯੋਗ ਅਸੀਂ ਉਸੇ ਦਾ ਦੇਣਾ ਜਿਹੜਾ ਕਿਸਾਨਾਂ ਲਈ ਸੱਚੀ ਦਿਲ ਤੋਂ ਤਰਲੋ ਮੱਛੀ ਹੁੰਦਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।